ਕੈਨੇਡਾ ਤੋਂ ਜੁੜ ਰਹੇ ਨੇ, ਕੈਨੇਡੀਅਨ ਬਿਜ਼ਨਸਮੈਨ ਨੇ। ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ। ਬਹੁਤ ਗਰਮਾ ਗਰਮ ਇੱਥੇ ਬਹਿਸ ਚੱਲ ਰਹੀ ਹੈ, ਪਰ ਦਰਸ਼ਕ ਪੰਜਾਬ ਦੇ ਵੀ ਜਿਹੜੇ ਤੁਹਾਨੂੰ ਕੈਨੇਡਾ ਦੇ ਵਿੱਚ ਵੀ ਆ, ਦੁਨੀਆ ਜਿੱਥੇ ਵੀ ਸੁਣ ਰਹੇ ਨੇ, ਹੋਪਫੁਲੀ ਉਹ ਜਾਣਨਾ ਔਰ ਸਮਝਣਾ ਚਾਹੁੰਦੇ ਹੋਣਗੇ ਕਿ ਇਸ ਪੂਰੇ ਵਿਵਾਦ ਨੂੰ, ਕੰਟਰੋਵਰਸੀ ਨੂੰ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਜਿਹੜੇ ਭਾਰਤੀ ਉੱਥੇ ਰਹਿ ਰਹੇ ਨੇ, ਪੰਜਾਬੀ ਉੱਥੇ ਰਹਿ ਰਹੇ ਨੇ, ਉਹ ਕਿਵੇਂ ਦੇਖ ਰਹੇ ਨੇ। ਪੁਆਇੰਟ ਨੰਬਰ 2, ਖਾਸ ਤੌਰ ਤੇ ਵੀਜ਼ਾ ਸਸਪੈਂਡ ਹੋਣ ਵਾਲੀ ਜਿਹੜੀ ਖਬਰ ਆਈ ਹੈ, ਤਾਂ ਜਿਹੜੇ ਉੱਥੇ ਕੈਨੇਡੀਅਨ ਸਿਟੀਜ਼ਨਸ ਨੇ, ਜਿਹੜੇ ਇੰਡੀਆ ਤੋਂ ਜਾ ਕੇ ਕੈਨੇਡੀਅਨ ਸਿਟੀਜ਼ਨਸ ਬਣ ਗਏ, ਉਹ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖ ਰਹੇ ਨੇ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਜਿਹੜੇ ਪੰਜਾਬ ਜਾਂ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਕੈਨੇਡਾ ਵਿੱਚ ਵਸਦੇ ਹੋਏ ਲੋਕਾਂ ਨੂੰ ਓਨਾ ਹੀ ਕੈਨੇਡਾ ਪਿਆਰਾ ਤੇ ਓਨਾ ਹੀ ਇੰਡੀਆ ਪਿਆਰਾ ਹੈ। ਤੇ ਨੰਬਰ 2 ਤੇ ਗੱਲ ਜਿਹੜਾ ਵੀਜ਼ੇ ਵਾਲਾ ਮੈਟਰ ਆ ਜਾਂ ਕੁਝ ਵੀ ਆ, ਇਹ ਸਰਕਾਰਾਂ ਦੇ ਆਪਸੀ ਮੈਟਰ ਆ, ਇੰਟੈਲੀਜੈਂਸੀ ਦੇ ਮੁੱਦੇ ਆ। ਇਹ ਸਰਕਾਰਾਂ ਨੂੰ ਬੈਠ ਕੇ ਸੁਲਝਾਉਣੇ ਚਾਹੀਦੇ ਕਿ ਨਾ ਕਿ ਆਮ ਪਬਲਿਕ ਨੂੰ ਇਹਦੇ ਵਿੱਚ ਪਰੇਸ਼ਾਨ ਕਰਨਾ ਚਾਹੀਦਾ ਜੀ। ਕੈਨੇਡਾ ਰਹਿੰਦੇ ਲੋਕਾਂ ਵਿੱਚ ਇਹੀ ਸਟ੍ਰੈਸ ਆ ਕਿ ਸਾਡਾ ਕੀ ਕਸੂਰ ਇਹਨਾਂ ਚੀਜ਼ਾਂ ਵਿੱਚ। ਇਹ ਟਰੂਡੋ ਸਾਹਿਬ ਤੇ ਮੋਦੀ ਸਾਹਿਬ ਨੂੰ ਆਪਸ ਵਿੱਚ ਬੈਠ ਕੇ, ਉਹਨਾਂ ਦੀਆਂ ਏਜੰਸੀਆਂ ਨੂੰ ਬੈਠ ਕੇ ਆਪਸ ਵਿੱਚ ਮਸਲੇ ਸੁਲਝਾਉਣੇ ਚਾਹੀਦੇ ਜੀ, ਨਾ ਕਿ ਆਮ ਪਬਲਿਕ ਡੋਮੇਨ ਵਿੱਚ ਲੋਕਾਂ ਨੂੰ ਪਰੇਸ਼ਾਨੀ ਦੇਣੀ ਚਾਹੀਦੀ ਹੈ। ਠੀਕ ਹੈ, ਵੈਲਿਡ ਪੁਆਇੰਟ ਹੈ। ਲਾਜ਼ਮੀ ਤੌਰ ਤੇ ਇਹੀ ਗੱਲ ਹੋ ਰਹੀ ਹੈ ਕਿ ਡਿਪਲੋਮੈਟਿਕ ਵੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੂੰ ਸੌਰਟ ਆਊਟ ਕੀਤਾ ਜਾ ਸਕਦਾ ਹੈ, ਤਾਂ ਉਸ ਵਾਲੇ ਪਾਸੇ ਫੋਕਸ ਕਰਨ ਦੀ ਬਜਾਏ ਹੋਰ ਪਾਸੇ ਗੱਲਾਂ ਹੋ ਰਹੀਆਂ। ਇਸ ਮੁੱਦੇ ਵਿੱਚ ਪਹਿਲਾਂ ਦੇਖੋ ਜੀ, ਤੁਸੀਂ ਕਈ ਇੰਡੀਅਨ ਚੈਨਲਸ ਨੇ ਖਬਰ ਚਲਾਈ ਕਿ ਵੀ ਅਸੀਂ ਕਰਕੇ ਵੀ ਅਸੀਂ ਆਦੀ ਹਿੱਟ ਕੀਤੇ ਲੋਕਾਂ ਨੂੰ ਜਿਨ੍ਹਾਂ ਨੇ ਇੰਡੀਆ ਦੇ ਅਗੇਂਸਟ ਸਾਜ਼ਿਸ਼ਾਂ ਕੀਤੀਆਂ। ਫਿਰ ਦੁਬਾਰਾ ਚੱਲ ਪਈ ਗੱਲ ਜੀ, ਅਸੀਂ ਇਹ ਨਹੀਂ ਕੀਤਾ। ਸੋ ਇਹ ਸਰਕਾਰਾਂ ਦੇ ਮੈਟਰ ਹੀ ਸਰਕਾਰਾਂ ਨੂੰ ਆਪਸ ਵਿੱਚ ਬੈਠ ਕੇ ਕਿਹੜੇ ਬੰਦੇ ਲੜਾਉਂਦੀ ਦੇ ਕਿਹੜੇ ਨਹੀਂ ਗਏ, ਉਹ ਆਪਸ ਵਿੱਚ ਬੈਠ ਕੇ ਮੈਟਰ ਹੱਲ ਕਰਨੇ ਚਾਹੀਦੇ, ਨਾ ਕਿ ਆਮ ਪਬਲਿਕ ਨੂੰ ਦੇ ਵਿੱਚ ਹਰਾਸਮੈਂਟ ਦੇਣੀ ਚਾਹੀਦੀ ਹੈ। ਢਿੱਲੋਂ ਸਾਹਿਬ, ਇੱਕ ਹੋਰ ਚੀਜ਼ ਜਾਣਨੀ ਔਰ ਸਮਝਣਾ ਚਾਹੁੰਦਾ ਤੁਹਾਡੇ ਤੋਂ, ਜੇਕਰ ਤੁਸੀਂ ਜਵਾਬ ਦੇਣਾ ਚਾਹੋ, ਕੋਈ ਦਿੱਕਤ ਨਹੀਂ ਹੈ ਕਿ ਜੇਕਰ ਤੁਹਾਨੂੰ ਲੱਗੇ ਕਿ ਤੁਹਾਨੂੰ ਨਹੀਂ ਇਸ ਦਾ ਆਨਸਰ ਕਰਨਾ ਚਾਹੁੰਦੇ, ਕਿ ਜਿਹੜੀਆਂ ਮੂਵਮੈਂਟਸ ਹੁੰਦੀਆਂ ਨੇ ਖਾਲਿਸਤਾਨ ਨੂੰ ਲੈ ਕੇ, ਵੱਖਵਾਦ ਨੂੰ ਲੈ ਕੇ ਕੈਨੇਡਾ ਦੇ ਵਿੱਚ, ਉਹ ਕਿਸੇ ਇੱਕ ਥਾਂ ਤੱਕ ਸੀਮਿਤ ਨੇ ਜਾਂ ਅਲੱਗ-ਅਲੱਗ ਥਾਵਾਂ ਦੇ ਉੱਤੇ ਨਜ਼ਰ ਆਉਂਦੀਆਂ ਨੇ। ਪੁਆਇੰਟ ਨੰਬਰ 2, ਜਿਹੜੀ ਭੀੜ ਦਾ ਜ਼ਿਕਰ ਹੁੰਦਾ, ਮੈਂ ਬਹੁਤ ਸਾਰੇ ਇਸ ਸਮੇਂ ਅੰਕੜੇ ਦੇਖ ਰਿਹਾ ਸੀ, ਸਾਡੇ ਨਾਲ ਗੁਰਿੰਦਰ ਭੱਟੀ ਜੀ ਜੁੜੇ ਹੋਏ ਨੇ, ਉਹਨਾਂ ਦੇ ਵੱਲੋਂ ਅੰਕੜਾ ਦਿੱਤਾ ਜਾ ਰਿਹਾ ਕਿ 2013 ਤੋਂ ਲਗਾਤਾਰ ਪੰਜਾਬ ਤੋਂ ਲੱਖ ਸਵਾ ਲੱਖ ਸਟੂਡੈਂਟ ਹਰ ਸਾਲ, ਜਾਂ ਕਹੀਏ ਕਿ ਪੰਜਾਬੀ ਬਾਹਰ ਜਾ ਰਿਹਾ ਹੈ, ਕੈਨੇਡਾ ਦੇ ਵਿੱਚ ਪਹੁੰਚ ਰਿਹਾ, ਯਾਨੀ ਕਿ ਉੱਥੇ ਬਹੁਤ ਵੱਡੀ ਤਾਦਾਦ ਹੈ। ਕਿ ਇਹ ਤਾਦਾਦ ਦੇ ਵਿੱਚੋਂ ਬਹੁਤ ਵੱਡੀ ਤਾਦਾਦ ਨਜ਼ਰ ਆਉਂਦੀ ਹੈ ਉਹਨਾਂ ਪ੍ਰੋਟੈਸਟ ਦੇ ਵਿੱਚ, ਜਿਹੜੀਆਂ ਪ੍ਰੋਟੈਸਟ ਵੱਖਵਾਦੀਆਂ ਦੇ ਵੱਲੋਂ ਆਰਗੇਨਾਈਜ਼ ਕੀਤੇ ਜਾਂਦੇ ਨੇ। ਵੀਰ ਜੀ, ਪਹਿਲੀ ਗੱਲ ਤਾਂ ਇਹ ਹੈ ਜੀ, ਜਿਹੜੀ ਅਲੱਗ ਕੰਟਰੀ ਬਣਾਉਣ ਦੀ ਗੱਲ ਹੈ, ਇੰਡੀਆ ਤੇ ਕੈਨੇਡਾ ਦਾ ਪਹਿਲਾਂ ਆਪਾਂ ਨੂੰ ਸਿਸਟਮ ਸਮਝਣਾ ਪੈਣਾ ਜੀ, ਕਿਉਂਕਿ ਇੰਡੀਆ 'ਚ ਸਾਰਾ ਰੂਲ ਪੁਲਿਸ ਸਿਸਟਮ ਦਾ, ਇੱਥੋਂ ਦੀ ਪੁਲਿਸ ਬਹੁਤ ਪੋਲਾਈਟ ਆ ਜੀ। ਜਦੋਂ ਬੰਦਾ ਉਸ ਕੰਟਰੀ ਤੋਂ ਇੱਥੇ ਆ ਕੇ ਦੇਖਦਾ ਵੀ ਸਾਡੀਆਂ ਕੰਟਰੀਆਂ ਵਿੱਚ ਕੀ ਸੁਧਾਰ ਹੋਣ ਵਾਲੇ ਆ, ਕੀ ਡਿਵੈਲਪਮੈਂਟ ਹੋਣ ਵਾਲੀ ਹੈ, ਕਿਵੇਂ ਸਾਨੂੰ ਲੀਡਰ ਪਾਗਲ ਬਣਾ ਕੇ ਹੋਰ ਹੀ ਮੁੱਦਿਆਂ 'ਚ ਉਲਝਾ ਰਹੇ ਆ, ਤੇ ਕਿਵੇਂ ਇਹਨਾਂ ਕੰਟਰੀਆਂ ਡਿਵੈਲਪਮੈਂਟ ਹੋਈ ਆ, ਕਿਵੇਂ ਲੋਕ ਰੁਜ਼ਗਾਰ ਲਈ ਰਹਿ ਰਹੇ ਆ। ਇੱਥੇ ਅਲੱਗ-ਅਲੱਗ ਕੰਟਰੀਆਂ ਤੋਂ ਲੋਕ ਆ ਕੇ ਆਪਦੇ ਅਲੱਗ-ਅਲੱਗ ਮੁੱਦਿਆਂ ਲਈ ਵੀ ਆਦੇ ਦੇਸ਼ਾਂ ਨਾਲ ਲੜਦੇ। ਜਿਵੇਂ ਕਈ ਥਾਂ ਆਪਾਂ ਬਲੂਚਿਸਤਾਨ ਦੇ ਬੰਦੇ ਵੀ ਇੱਥੇ ਰੌਲਾ ਪਾਉਂਦੇ ਜੀ, ਚਾਈਨੀਜ਼ ਵੀ ਪਾਉਂਦੇ ਆ, ਦਲਾਈਨਾਮਾ ਦੇ ਬੰਦੇ ਵੀ ਇੱਥੇ ਇਕੱਠੇ ਹੁੰਦੇ ਆ। ਸੋ ਅਲੱਗ-ਅਲੱਗ ਕੰਟਰੀਆਂ ਆਪਣੀ ਮੂਵਮੈਂਟ ਪੇਸ਼ ਕਰਦੀਆਂ। ਜਿਹੜਾ ਮਾਸ ਵਿੱਚ ਸਟੂਡੈਂਟ ਇੱਥੇ ਕੈਨੇਡਾ ਵਿੱਚ ਆਇਆ ਜੀ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਹਰ ਸਾਲ ਪੂਰੇ ਇੰਡੀਆ ਤੋਂ ਬੱਚੇ ਇੱਥੇ ਪਹੁੰਚ ਰਹੇ ਆ। ਉਹ ਇੱਥੇ ਆ ਕੇ, ਕਈ ਮੈਨੂੰ ਹਿੰਦੂ ਬੱਚੇ ਵੀ ਮਿਲੇ ਆ, ਉਹ ਆਪਸ ਸਾਡੀ ਡਿਸਕਸ ਹੁੰਦੀ ਹੈ, ਬੱਚੇ ਗੁਜਰਾਤ ਤੋਂ ਆ, ਮਹਾਰਾਸ਼ਟਰ ਤੋਂ, ਹੋਰ ਸਟੇਟਾਂ ਤੋਂ ਆ, ਅਸੀਂ ਬੈਠ ਕੇ ਡਿਸਕਸ ਕਰਦੇ ਨੇ ਵੀ ਆਪਣੀ ਕੰਟਰੀ ਤੇ ਇਸ ਕੰਟਰੀ ਦਾ ਕਿੰਨਾ ਸਿਸਟਮ ਦਾ ਫਰਕ ਹੈ ਜੀ। ਸੋ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਡਿਵੈਲਪਮੈਂਟ ਵੱਲ ਲੈ ਕੇ ਜਾਵਾਂਗੇ, ਰੁਜ਼ਗਾਰ ਵੱਲ ਲੈ ਕੇ ਜਾਵਾਂਗੇ, ਮੈਨੂੰ ਨਹੀਂ ਲੱਗਦਾ ਲੋਕਾਂ ਵਿੱਚ ਇਹੀ ਮੰਗ ਆਊਗੀ। ਇਹ ਮੰਗ ਉੱਠਣ ਦਾ ਕਾਰਨ ਵੀ ਆਪਣੇ ਜ਼ਿਆਦਾ ਉੱਥੇ ਪੁਲਿਸਿੰਗ ਦਾ ਸਿਸਟਮ ਦਾ ਜ਼ੋਰ ਆ, ਪੋਲੀਟੀਕਲ ਤੌਰ ਤੇ ਲੋਕਾਂ ਨੂੰ ਨਜਾਇਜ਼ ਤੰਗ ਕੀਤਾ ਜਾਂਦਾ, ਉਹ ਚੀਜ਼ਾਂ ਕਰਕੇ ਵੀ ਲੋਕਾਂ ਦੇ ਕਿਤੇ ਨਾ ਕਿਤੇ ਮਨ ਵਿੱਚ ਇਹੋ ਜਿਹੀਆਂ ਗੱਲਾਂ ਆਉਂਦੀਆਂ ਜੀ। ਠੀਕ ਹੈ, ਤੁਹਾਡਾ ਪੁਆਇੰਟ ਵੈਲਿਡ ਹੈ, ਪਰ ਦੂਜੀ ਗੱਲ ਇਹ ਵੀ ਹੈ ਕਿ ਖਾਲਿਸਤਾਨ ਦੀ ਮੰਗ ਕਰਕੇ ਜਾਂ ਇੱਕ ਵੱਖਰੀ ਕੰਟਰੀ ਬਣਾ ਕੇ ਇਸ ਚੀਜ਼ਾਂ ਸੁਧਰ ਜਾਣਗੀਆਂ। ਪੁਲਿਸ ਤਾਂ ਉਹੀ ਰਹਿਣੀ ਹੈ, ਪੰਜਾਬੀ ਜਿਹੜੇ ਪੁਲਿਸ ਦੇ ਵਿੱਚ ਵੀ ਨੇ, ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ, ਉਹ ਵੀ ਪੰਜਾਬੀ ਨੇ। ਜੇ ਮੈਂ ਸਪੈਸੀਫਿਕਲੀ ਕਹਾਂ ਤਾਂ ਉਹ ਸਿੱਖ ਭਾਈਚਾਰੇ ਤੋਂ ਵੀ ਨੇ, ਹਿੰਦੂ ਭਾਈਚਾਰੇ ਤੋਂ ਵੀ ਨੇ, ਜਿਹੜੇ ਪੰਜਾਬ ਦੇ ਵਿੱਚ ਇਸ ਸਮੇਂ ਪੁਲਿਸ ਵਾਲੇ ਨੇ। ਇਨਫੈਕਟ ਲੀਡਰ ਵੀ ਕੋਈ ਬਾਹਰੋਂ ਆ ਕੇ ਤਾਂ ਪੰਜਾਬ ਦੇ ਉੱਤੇ ਰਾਜ ਨਹੀਂ ਕਰ ਰਿਹਾ। ਪਹਿਲੀ ਗੱਲ, ਪੰਜਾਬ ਨੂੰ ਧਰਮ ਦੇ ਨਾਂ ਤੇ ਨਾ ਵੰਡੀਏ। ਪੰਜਾਬ ਇੱਕ ਸਟੇਟ ਹੈ, ਰੀਜਨ ਬੇਸ ਹੈ, ਰਿਲੀਜੀਅਸ ਬੇਸ ਨਹੀਂ ਗੀ। ਇਸ ਵਿੱਚ ਮੁਸਲਮਾਨ, ਸਿੱਖ, ਹਿੰਦੂ, ਈਸਾਈ ਸਾਰੇ ਇੱਕ ਪੰਜਾਬੀ ਜਜ਼ਬਾ, ਜਿਹਦੇ ਵਿੱਚ ਤੁਸੀਂ ਵੀ ਆਉਣੇ ਆ। ਬਿਲਕੁਲ, ਜਿਹੜਾ ਆਪਣੀ ਬਲੱਡ ਲਾਈਨ ਆ ਪੰਜਾਬੀਆਂ ਦੀ, ਇਹ ਥੋੜੀ ਅਗਰੈਸਿਵ ਆ, ਕਿਉਂਕਿ ਆਪਾਂ ਹਰੇਕ ਚੀਜ਼ ਤੇ ਰਿਐਕਟ ਕਰਦੇ ਜਿੱਥੇ ਗਲਤ ਹੋ ਰਿਹਾ ਹੁੰਦਾ। ਚਾਹੇ ਤੁਸੀਂ ਆਪਦੇ ਤੇ ਲਾ ਕੇ ਦੇਖੋ, ਤੁਹਾਨੂੰ ਕਿਤੇ ਵੀ ਕਿਸੇ ਨਾਲ ਧੱਕਾ ਹੁੰਦਾ ਦਿਸੂਗਾ ਤਾਂ ਤੁਸੀਂ ਉਹ ਚੀਜ਼ ਤੇ ਛੇਤੀ ਰਿਐਕਟ ਕਰੋਗੇ ਦੂਸਰੇ ਲੋਕਾਂ ਨਾਲੋਂ। ਸੋ ਥੋੜੀ ਗੱਲ ਸਹੀ ਹੈ, ਸਿਸਟਮ ਤਾਂ ਉਹੀ ਰਹੂਗਾ, ਪਰ ਕਿਤੇ ਨਾ ਕਿਤੇ ਆਪਾਂ ਨੂੰ ਵੀ ਉਹਦੀ ਉਦਾਹਰਨ ਪੇਸ਼ ਕਰਨੀ ਚਾਹੀਦੀ। ਪੰਜਾਬ ਨੂੰ ਦੂਜੇ ਦੇਸ਼ ਨਾਲੋਂ ਵਧੀਆ ਬਣਾ ਕੇ ਪੇਸ਼ ਕਰੀਏ, ਤਾਂ ਕਿ ਲੋਕਾਂ ਨੂੰ ਲੱਗੇ ਵੀ ਇਹ ਡਿਵੈਲਪਮੈਂਟ ਲਈ ਜਾਂ ਰੂਲ ਲਈ
ਅੱਗੇ ਹੋ ਕੇ ਵਧੀਆ ਕਰ ਸਕਦੇ ਆ, ਕਿਉਂਕਿ ਇੰਡੀਆ ਵਿੱਚ ਜ਼ਿਆਦਾਤਰ ਰੂਲ ਦੇਖਿਆ ਆਪਾਂ ਯੂਪੀ ਦੇ ਲੋਕਾਂ ਦਾ ਜਾਂ ਗੁਜਰਾਤ ਦੇ ਲੋਕਾਂ ਦਾ ਅੱਗੇ ਹੋ ਕੇ ਰੂਲ 'ਚ ਰਹੇ ਆ। ਸੋ ਜੇ ਆਪਾਂ ਬਿਹਤਰ ਪ੍ਰੋਸੈਸ ਲੈ ਕੇ ਆਵਾਂਗੇ ਤੇ ਪੰਜਾਬੀ ਵੀ ਇੰਡੀਆ ਦੇ ਰੂਲ ਦੇ ਵਿੱਚ ਵੱਡੇ ਲੈਵਲ ਤੇ ਆ ਸਕਦੇ ਆ ਤੇ ਵਧੀਆ ਡਿਵੈਲਪਮੈਂਟ ਕਰਕੇ ਦਿਖਾ ਸਕਦੇ ਆ ਜੀ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਸਾਡੇ ਨਾਲ ਬਣੇ ਰਹੋ। ਮੈਂ ਜੈਸਮੀਨ ਜੀ ਦਾ ਇੱਕ ਵਾਰ ਰੁਕ ਕਰਦਾ, ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਮੈਮ ਗੋਪਾਲ ਸਿੰਘ ਸਿੱਧੂ ਜੀ ਨੂੰ ਤੁਸੀਂ ਸੁਣਿਆ, ਤਰਕ ਦੇ ਰਹੇ ਨੇ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ, ਤੇ ਨਾਲ ਇਹ ਵੀ ਹੈ ਕਿ ਜੋ ਪੰਜਾਬ ਦੇ ਵਿੱਚ ਹੋਇਆ, ਦਰਅਸਲ ਪਿਛਲੇ 2-3 ਦਿਨਾਂ ਤੋਂ ਇੱਕ ਪੁਆਇੰਟ ਨਿਕਲ ਕੇ ਵਾਰ-ਵਾਰ ਸਾਹਮਣੇ ਆ ਰਿਹਾ। ਇਨਫੈਕਟ ਇਸ ਤੋਂ ਪਹਿਲਾਂ ਵੀ ਜਿਹੜੀਆਂ ਡਿਬੇਟਸ ਕਰੀਆਂ ਆਪਾਂ ਬਹੁਤ ਵਾਰੀ, ਇਨਜਸਟਿਸ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਕਿ ਇਨਸਾਫ ਨਹੀਂ ਹੋਇਆ, ਇਸ ਕਰਕੇ ਇਸ ਤਰੀਕੇ ਦੀ ਮੂਵਮੈਂਟ ਚਾਹੇ ਪੰਜਾਬ ਦੇ ਵਿੱਚ ਕੋਈ ਦਿਖਦੀ ਹੈ ਜਾਂ ਫਿਰ ਕੈਨੇਡਾ ਦੇ ਵਿੱਚ ਦਿਖਦੀ ਹੈ। ਉਸ ਦੀ ਵਜ੍ਹਾ ਇਹ ਕਿ ਇੱਥੇ ਦੀਆਂ ਸਰਕਾਰਾਂ ਨੇ ਜਸਟਿਸ ਨਹੀਂ ਦਿੱਤਾ। मैं समझदी हाँ जी कि जेड़े कैनेडा दे विच सिख बैठे ने और वो सारे सिख नहीं, एक सर्टन सैगमेंट है जेड़ा कि गर्म ख्याली है। और 1984 तो बाद जे तुसी वेखो तो 2 करीबन पुश्तां साडियां आ गईयां ने। असी सिखां ने बहुत कुछ सफ़र कीता है और सानू हुण असी उस पड़ाव ते हां कि जदों असी समझदे हां कि सारे जाने, मैं एक सिख परिवार तो हाँ, एक जट सिख परिवार तो हाँ, असी पाकिस्तान तो रिफ्यूजी बन के इत्थे आए हाँ और सानू पता है कि असी की सफ़र कीता है। असी बिल्कुल हिंदुस्तान ते हूँ, साडा मुल्क इंडिया है, सानू खालिस्तान नहीं चाहिए। जेड़े खालिस्तान कैनेडा च मंगदे ने वो उत्थे कैनेडा च खालिस्तान बनाण या अपनी कनेडियन सिटीजनशिप छड्ड के ते इत्थे इंडिया आके रहन। असी इंडिया च ही रहना है, साडा इंडिया ही मुल्क है। असी इस मुल्क असी नानक दी धरती तो पर गोपाल जी तां मेरे नाल स्टूडियो च बैठे ने, भी खालिस्तान दा बहुत हिमायत कर रहे हैं। असी नानक दी धरती तो आ और मैं पहले ही कह रही हां कि सब सिख ने एक छोटा जिहा सैगमेंट गर्म ख्याली जेड़ा सैगमेंट उत्थे हैगा सारी सिचुएशन एग्रीवेट कर रहा है और नहीं करनी चाहिए। साढ़े हजारां बच्चे पंजाब तो हिंदू सिख मुस्लिम पढ़न जाते हैं कैनेडा, एक बेहतर तलीम लैन ले और एक बेहतर फ्यूचर ले, और रब दे वास्ते ये गल्लां नहीं होनियां चाहिए और डिप्लोमैटिकली रिजॉल्व होनियां चाहिए। ठीक है, मैं एक छोटा जिहा जवाब ले लवां। गोपाल जी कहते एक बहुत घट सैगमेंट है या कहिए कि बहुत घट गिनती है ਜਿਹੜੇ ਇੱਕ ਗਰਮ ਖਿਆਲੀ ਸੋਚ ਰੱਖਦੇ ਨੇ, ਗਰਮ ਖਿਆਲੀ ਸੋਚ ਰੱਖਣ ਦੇ ਨਾਲ ਉਹ ਖਾਲਿਸਤਾਨ ਵਾਲੇ ਪਾਸੇ ਜ਼ਿਕਰ ਕਰਦੇ ਨੇ। ਮੈਂ ਬੀਬਾ ਸੰਧਾ ਵਾਲੀਆ ਜੀ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਜੇ ਸੱਚ ਬੋਲਦੇ ਸੀ ਤਾਂ ਗੁਰੂ ਨਾਨਕ ਦੇਵ ਜੀ ਵੀ ਗਰਮ ਖਿਆਲੀ ਸੀ। ਸਾਡੇ ਗੁਰੂ ਦੱਸੇ ਸੀਗੇ ਸ਼ਹਾਦਤਾਂ ਵੀ ਹੋਈਆਂ, ਕੁਰਬਾਨੀਆਂ ਵੀ ਹੋਈਆਂ ਤੇ ਜੇਲ੍ਹਾਂ ਵੀ ਹੋਈਆਂ, ਬਹੁਤ ਕੁਝ ਹੋਇਆ। वो सारे गर्म ख्यालियां दे नाल महाराज ने क्या मानस की एक जात, गुरु नानक देव जी ने क्या मानस की एक जात। जे मानस की जात है, ਅਸੀਂ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਾਡੇ ਨੇ ਪ੍ਰਧਾਨ ਸਿਮਰਜੀਤ ਸਿੰਘ ਜੀ ਮਾਨ, ਮੈਂ ਉਹਨਾਂ ਦੇ ਨਾਲ ਤੀਜੀ ਪੀੜ੍ਹੀ ਤੋਂ ਨਾਲ ਅੱਜ ਦਾ ਵੀ। ਤੁਸੀਂ ਇੱਕ ਗੱਲ ਦਾ, ਇੱਕ ਬੰਦਾ ਮੈਨੂੰ ਹਿੰਦੂ ਕਹਿ ਦੇ ਵੀ ਤੁਸੀਂ ਨੇ ਸਾਡਾ ਹਿੰਦੂ ਮਰਵਾ ਦਿੱਤਾ, ਮੁਸਲਮਾਨ ਮਰਵਾ ਦਿੱਤਾ, ਜਾਂ ਅਸੀਂ ਵਾਇਲੇਸ਼ਨ ਦੀ ਗੱਲ ਕਰਦੇ ਹਾਂ, ਅਸੀਂ ਇਨਸਾਫ ਦੀ ਗੱਲ ਸਾਰੀ ਹੋਈ ਹੈ। ਸਾਨੂੰ ਜੱਟ ਤੁਹਾਨੂੰ ਮਿਲ ਗਿਆ ਹੁਣ, ਤੁਹਾਨੂੰ ਬੀਜੇਪੀ ਤੋਂ ਬਹੁਤ ਕੁਝ ਮਿਲ ਗਿਆ ਹੁਣ। ਸਾਨੂੰ ਮੈਨੂੰ ਇੱਕ ਗੱਲ ਦਾ ਜਵਾਬ ਬੀਬਾ ਜੀ ਤੁਸੀਂ ਨਹੀਂ ਦਿੱਤਾ ਕਿ ਸਾਨੂੰ ਜਸਟਿਸ ਮਿਲ ਗਿਆ। ਸਾਨੂੰ ਚੰਡੀਗੜ੍ਹ ਤੁਸੀਂ ਦੇਤਾ ਖੋ ਕੇ, ਹੁਣ ਲੈ ਗਏ ਹੋ। ਸਾਨੂੰ ਹਰਿਆਣਾ ਤੁਸੀਂ ਕੱਢਤਾ, ਹਿਮਾਚਲ ਤੁਸੀਂ ਕੱਢਤਾ, ਭਾਖੜਾ ਬੇਰਨਾਸਮੋਜ ਤੁਸੀਂ ਲੈ ਗਏ ਹੋ, ਪੰਜਾਬੀ ਬੋਲਦੇ ਇਲਾਕੇ ਤੁਸੀਂ ਲੈ ਗਏ ਹੋ। ਦਿੱਲੀ ਦੇ ਵਿੱਚ 60-40 ਦਾ ਅਨੁਪਾਤ ਕਹਿੰਦੇ ਸੀ, ਚੰਡੀਗੜ੍ਹ 'ਚ ਕਹਿੰਦੇ ਤੇ 1% ਨੌਕਰੀ ਨਹੀਂ ਰਹੀ। ਭੱਜ ਕੇ ਅਸੀਂ ਕੈਨੇਡਾ ਨੂੰ ਜਾ ਰਹੇ ਹਾਂ, ਅਮਰੀਕਾ ਜਾ ਰਹੇ ਹਾਂ। ਸਾਡੇ ਕੋਲੇ ਐਂ ਦੱਸੋ 40 ਕਰੋੜ ਲੋਕ ਭੁੱਖੇ ਬੈਠੇ ਨੇ, ਉਰੇ ਤੁਹਾਡੇ ਕੋਲੇ ਰੁਜ਼ਗਾਰ ਨਹੀਂ, ਬਾਹਰ ਤੁਸੀਂ ਸਾਨੂੰ ਬੰਦ ਕਰਦੇ ਹੋ। ਉਰੇ ਤੁਸੀਂ 40,000 ਸਾਡਾ ਮੁੰਡਾ ਮਾਰਤਾ, ਉੱਥੇ ਜਾ ਕੇ ਫੇਰ ਮਾਰਨਾ ਚਾਹੁੰਦੇ ਹੋ। ਚਾਹੁੰਦੇ ਕੀ ਹੋ ਤੁਸੀਂ? ਐਂ ਤਾਂ ਦੱਸੋ ਕਿੱਥੇ ਜਾਈਏ ਅਸੀਂ ਫਿਰ? ਕਿਉਂ ਨਾ ਮੰਗੀਏ? ਤੁਸੀਂ ਕਿਵੇਂ ਹਿੰਦੁਸਤਾਨ ਮੰਗਿਆ? ਤੁਸੀਂ ਕਿਵੇਂ ਕਹਿੰਦੇ ਹੋ ਇਸ ਗੱਲ ਨੂੰ ਵੀ ਹਿੰਦੂ ਰਾਸ਼ਟਰ ਚਾਹੀਦਾ ਹੈ, ਇੱਕ ਵੋਟ ਇੱਕ ਨੇਸ਼ਨ? ਤੁਸੀਂ ਇਹ ਕਿਵੇਂ ਕਹਿੰਦੇ ਹੋ ਵੀ ਤੁਸੀਂ ਮੁਸਲਮਾਨ ਵੀ? ਠੀਕ ਹੈ, ਚਲੋ ਜਵਾਬ ਲਓ, ਛੋਟਾ ਰਿਐਕਸ਼ਨ ਰੱਖੋ। ਠੀਕ ਹੈ, ਤੁਹਾਡੀ ਗੱਲ ਆ ਗਈ। ਜੈਸਮੀਨ ਜੀ देखो जी, मैं पहला ही किया है कि मैं एक सिख परिवार तो हाँ और ये ज्यादा सिख नहीं ने मेरे तो, और एक सैगमेंट मैं पहला कह रही हाँ, बार कह रही हाँ कि एक फ्रिंज सैगमेंट जिहड़ा फनैटिक्स दा, गर्म ख्यालियां दा, वो सारे सिखां नूं ये रिप्रजेंट नहीं करते। ये बिल्कुल सारे सिखां नूं रिप्रजेंट नहीं करते और इन्होंने कोई हक नहीं। जदों मैं इन्होंने ये किया, जदों ये कहंदे ने गुरु नानक देव जी ख्याली सन और ये अकाली ने, मैं इन्होंने ये पुछनी हाँ कि जदों दरबार साहब की उसारी हुई तो गुरु रामदास जी ने सब तो पहला शब्द की उचारिया? उन्होंने क्या संतां के कारज में आप खलोया, करन करावन आया राम जी। असी इस धरती तो हाँ, ये साडा मुल्क है और असी इत्थे रहना है। गोपाल जी असी राम जी दे, कृष्ण भगवान जी दे असी विरोधी हाँ?
ਸਾਡੀ ਅਸੀਂ ਕਦੇ ਵਿਰੋਧਤਾ ਦੀ ਗੱਲ ਕੀਤੀ ਹੈ? ਤੁਸੀਂ ਇੱਕ ਸਾਨੂੰ ਧਰਮ ਦੇ ਨਾਲ ਜੋੜ ਕੇ ਕਹਿੰਦੇ ਹੋ, ਉਹ ਤਾਂ ਸਿੱਖੀ ਨਹੀਂ ਜਿਹੜਾ ਕਿਸੇ ਧਰਮ ਦੇ ਖਿਲਾਫ ਬੋਲਦਾ ਹੋਵੇ। ਤੁਸੀਂ ਸੈਪਰੇਟਿਜ਼ਮ ਦੀ ਗੱਲ ਕਰ ਰਹੇ ਹੋ, ਤੁਸੀਂ ਸੈਪਰੇਟਿਜ਼ਮ ਦੀ ਗੱਲ ਕਰ ਰਹੇ ਹੋ। ਸਟਾਲਿਨ ਨੇ ਕਿਹਾ, ਬੇਸ਼ੱਕ ਉਹਨੇ ਸੱਚ ਕਿਹਾ ਹੋਵੇ, ਪਰ ਅਸੀਂ ਨੇ ਉਹਦੀ ਵਿਰੋਧਤਾ ਕੀਤੀ ਆ ਵੀ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ। ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ, ਮੁਮਤਾਜ਼ੀ ਜਥੇਦਾਰਾਂ ਨੂੰ ਵੀ, ਮੌਕੇ ਦੇ ਜਥੇਦਾਰਾਂ ਨੂੰ ਵੀ ਕਿਹਾ ਵੀ ਕਮੇਟੀ ਬਣਾਓ, ਕਿਸੇ ਵੀ ਧਰਮ ਦੀ ਨਿਰਾਦਰਤਾ ਨਾ ਕਰੋ, ਉਹਦੀਆਂ ਚੰਗਿਆਈਆਂ ਸੁਣੋ, ਚੰਗੀ ਗੱਲ ਸੁਣੋ, ਕਿਸੇ ਵੀ ਧਰਮ ਦੇ ਖਿਲਾਫ ਬੋਲਣਾ ਗਲਤ ਹੈ। ਤੁਸੀਂ ਇੱਕ ਆਪਣੇ ਨਿੱਜੀ ਸਵਾਰਥਾਂ ਦੇ ਲਈ, ਸਰਕਾਰ ਨੂੰ ਖੁਸ਼ ਕਰਨ ਦੇ ਲਈ, ਕੱਲੇ ਸਾਡੀ ਪਾਰਟੀ ਨੂੰ, ਸਿੱਖਾਂ ਨੂੰ ਜੇ ਕੋਈ ਗੱਲ ਕਰਦਾ ਹੈ ਤਾਂ ਉਹਨੂੰ ਗਰਮ ਖਾਲੀ ਕਹਿ ਕੇ ਤੇ ਨਾਲ ਇਹ ਇੰਡੀਆ ਨੂੰ ਖਤਰਾ ਕਹਿ ਕੇ ਤੇ ਨਾਲ ਹਿੰਦੂ ਧਰਮ ਨੂੰ ਖਤਰਾ ਕਹਿ ਕੇ ਤੁਸੀਂ ਆਪਦੀਆਂ ਠੀਕ ਹੈ। ਚਲੋ ਮੈਂ ਗੋਪਾਲ ਜੀ ਇੱਕ ਸਵਾਲ ਇੱਥੇ ਹੈ, ਮੈਂ ਇੱਕ ਸਵਾਲ ਤੁਹਾਨੂੰ ਪੁੱਛ ਰਿਹਾ। ਜੈਸਮੀਨ ਜੀ ਐਡ ਕਰ ਰਹੇ, ਇਨਫੈਕਟ ਢਿੱਲੋਂ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਦਾ ਵੀ ਰੁਕ ਕਰਨਾ। ਦੇਖੋ, ਤੁਸੀਂ ਬਾਰ-ਬਾਰ ਜੋ ਜ਼ਿਕਰ ਕਰ ਰਹੇ ਹੋ, ਜਿਹੜੇ ਤੁਸੀਂ ਇਨਸੀਡੈਂਟਸ ਦਾ ਜ਼ਿਕਰ ਕਰ ਰਹੇ ਹੋ, ਪਰ ਬਾਰ-ਬਾਰ ਇਹ ਤਰਕ ਦਿੱਤਾ ਜਾਂਦਾ ਕਿ ਦੇਸ਼ ਦੇ 10 ਸਾਲ ਪ੍ਰਧਾਨ ਮੰਤਰੀ ਇੱਕ ਸਿੱਖ ਰਹੇ, ਦੇਸ਼ ਦੇ ਰਾਸ਼ਟਰਪਤੀ ਇੱਕ ਸਿੱਖ ਰਹੇ। ਪੰਜਾਬ ਦੇ ਵਿੱਚ ਤੁਸੀਂ ਬਾਰ-ਬਾਰ ਜ਼ਿਕਰ ਕਰਦੇ ਹੋ, ਇੱਥੇ ਤਾਂ ਸਿੱਖ ਮੁੱਖ ਮੰਤਰੀ ਪਿਛਲੇ ਕਈ ਦਹਾਕਿਆਂ ਤੋਂ ਹੈਗੇ ਨੇ, ਜਦੋਂ ਤੋਂ ਪੰਜਾਬ ਵੱਖ ਹੋਇਆ। ਤਾਂ ਫਿਰ ਜਿਹੜੇ ਜਸਟਿਸ ਦਾ ਜ਼ਿਕਰ ਹੁੰਦਾ ਤਾਂ ਸਾਰੇ ਇੱਕ ਪ੍ਰੋਸੈਸ ਹੈ ਨਾ, ਇੱਕ ਲੋਕਤੰਤਰ ਦੇਸ਼ ਦੇ ਵਿੱਚ ਵੱਖ-ਵੱਖ ਚੀਜ਼ਾਂ ਹੁੰਦੀਆਂ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਹੁੰਦਾ ਕਿ ਤੁਸੀਂ ਇਨਸਾਫ ਦੀ ਮੰਗ ਕਰਦੇ ਹੋ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਕਿ ਇਨਸਾਫ ਦੀ ਮੰਗ ਦਾ ਮਤਲਬ ਸਿੱਧਾ ਇਹ ਹੈ ਕਿ ਬਸ ਦੇਸ਼ ਅਲੱਗ ਕਰ ਦਿਓ, ਆਹੀ ਇੱਕ ਤਰੀਕਾ ਹੋਏਗਾ। ਤੁਸੀਂ ਜਾਤ ਤੇ ਧਰਮ ਦੇ ਉੱਤੇ ਪਾਕਿਸਤਾਨ ਵੰਡ ਕੇ ਨਹੀਂ ਦਿੱਤਾ, ਤੁਸੀਂ ਜਾਤ ਤੇ ਧਰਮ ਨੂੰ ਨਾਲ ਫਿਰ ਇਹਨਾਂ ਨੂੰ ਕਿਉਂ ਰੱਖਿਆ, ਇਕੱਠੇ ਨਾ ਰੱਖਿਆ ਤੁਸੀਂ ਜੀ? ਤੁਸੀਂ ਪ੍ਰਧਾਨ ਮੰਤਰੀ ਦੀ ਉਦਾਹਰਨ ਦਿੰਦੇ ਹੋ, ਰਾਸ਼ਟਰਪਤੀ ਤਿੰਨ ਉਦਾਹਰਨਾਂ ਵੱਡੀਆਂ ਦਿੰਦੇ ਹੋ। ਪ੍ਰੈਜ਼ੀਡੈਂਟ ਆਫ ਇੰਡੀਆ, ਪ੍ਰਧਾਨ ਮੰਤਰੀ ਸਿੱਖ, ਉਹਦੇ ਵਿੱਚ ਤੁਸੀਂ ਇਹ ਪਤਾ ਵੀ ਜਦੋਂ ਗਿਆਨੀ ਜੈਲ ਸਿੰਘ ਜੀ ਜਦੋਂ ਅੰਤਮ ਯਾਤਰਾ ਇੰਦਰਾ ਗਾਂਧੀ ਦੀ ਨਿਕਲ ਰਹੀ ਸੀ, ਉਹਦੇ ਉੱਤੇ ਅਟੈਕ ਹੋਇਆ ਨਹੀਂ ਸੀ, ਉਹ ਆਪਦੀ ਜਾਨ ਮਸਾ ਬਚਾ ਕੇ ਡਰਾਈਵਰ ਲੈ ਕੇ ਗਿਆ, ਉਹਨੂੰ ਇਨਸਾਫ ਮਿਲ ਗਿਆ ਸੀ। ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਕਿਹਾ, ਉਹਨਾਂ ਰਿਕਾਰਡ ਹੈ ਵੀ ਇੰਡੀਆ ਦੇ ਵਿੱਚ ਸਿੱਖਾਂ ਨੂੰ ਇਨਸਾਫ ਮਿਲਣਾ ਬੜਾ ਮੁਸ਼ਕਲ ਹੈ। ਤੁਹਾਡੇ ਸਾਹਮਣੇ 2008 ਤੇ 9 ਦੀ ਇਲੈਕਸ਼ਨ ਦੇ ਵਿੱਚ ਤੁਸੀਂ ਮਿਲ ਗਿਆ ਇਨਸਾਫ ਵੀ ਭਾਜੀ ਸਾਨੂੰ, ਜਿਹੜਾ ਪ੍ਰਧਾਨ ਮੰਤਰੀ ਨੂੰ ਰੋਕ ਕੇ ਕਿਹਾ ਨਹੀਂ ਵੀ ਮੈਂ ਦਵਾ ਨਹੀਂ ਸਕਦਾ ਇਨਸਾਫ। ਠੀਕ ਹੈ, ਚਲੋ ਪਰ ਛੋਟੇ ਛੋਟੇ ਕਮੈਂਟ ਰੱਖੀਏ, ਸਮਾਂ ਬਹੁਤ ਘੱਟ ਹੈ। ਕੀ ਐਂ ਤਾਂ ਦੱਸ ਦਿਓ ਜੀ। ਮੈਂ ਇੱਕ ਵਾਰੀ ਢਿੱਲੋਂ ਸਾਹਿਬ ਦਾ ਰੁਕ ਕਰਦਾ, ਹੋਪਫੁਲੀ ਮੇਰੀ ਆਵਾਜ਼ ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਰਿਐਕਸ਼ਨ ਲਵਾਂਗਾ। ਦੇਖੋ, ਇਹ ਜਿਹੜੀ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਡਿਬੇਟ ਹੈ ਨਾ, ਇਹ ਐਵੇਂ ਲੱਗਦਾ ਜਿਵੇਂ ਐਂਡਲੈਸ ਹੈ। ਹਰ ਕਿਸੇ ਦੇ ਕੋਲ ਆਪੋ ਆਪਣੇ ਤਰਕ ਹੈਗੇ ਨੇ। ਮੈਨੂੰ ਯਾਦ ਹੈ ਕਿ 2-4-6 ਮਹੀਨੇ ਪਹਿਲਾਂ ਦਾ ਮੈਂ ਜ਼ਿਕਰ ਕਰਾਂ ਤਾਂ ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਬਹੁਤ ਸਾਰੀਆਂ ਡਿਬੇਟਸ ਹੋ ਰਹੀਆਂ ਸੀ, ਉਸਦੀਆਂ ਇੰਟਰਵਿਊਜ਼ ਹੋ ਰਹੀਆਂ ਸੀ, ਤਾਂ ਤਰਕ ਵਿਤਰਕ ਇੱਕ ਦੂਜੇ ਦੇ ਉੱਤੇ ਉਸ ਸਮੇਂ ਵੀ ਕੀਤੇ ਜਾ ਰਹੇ ਸੀ। ਪਰ ਪੁਆਇੰਟ ਇਹੀ ਹੈ ਕਿ ਬਾਕੀ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਜ਼ਿਕਰ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ। ਤਾਂ ਇੱਕ ਲਾਰਜਰ ਪਿਕਚਰ ਦੇ ਵਿੱਚ ਦੇਖੋ ਤਾਂ ਪੰਜਾਬ ਦੇ ਵਿੱਚ ਕੋਈ ਖਾਲਿਸਤਾਨ ਦਾ ਜ਼ਿਕਰ ਨਹੀਂ ਹੈ। ਗੋਪਾਲ ਜੀ, ਤੁਸੀਂ ਇਸ ਗੱਲ ਨੂੰ ਮੰਨੋ ਜਾਂ ਨਾ ਮੰਨੋ, ਹੁਣ ਤੁਹਾਡੇ ਕੋਲ ਆਪਣੇ ਤਰਕ ਹੋ ਸਕਦੇ ਨੇ। ਕਿਉਂ ਆ ਜੀ? ਫਿਰ ਕੌਣ ਡਰ ਰਿਹਾ? ਤੁਸੀਂ ਤਾਂ ਡਰ ਰਹੇ ਹੋ। ਇੰਡੀਆ ਤੁਸੀਂ ਵਿੱਚ ਸਾਰੇ ਇਕੱਠੇ ਹੋ, ਵਿੱਚ ਮੀਡੀਆ, ਵਿੱਚ ਨਰਿੰਦਰ ਮੋਦੀ, ਫਿਰ ਚੀਕਾਂ ਕਿਉਂ ਮਾਰ ਰਹੇ ਹੋ ਤੁਸੀਂ? ਕੌਣ ਡਰ ਰਿਹਾ ਸਰ? ਹੋਰ ਕਾਹਦਾ ਰੌਲਾ ਪਾ ਰਹੇ ਹੋ? ਹੋਰ ਤੁਸੀਂ ਤਾਂ ਪਾ ਰਹੇ ਹੋ ਚੋਰ ਮਚਾਏ ਛੋਰ, ਨਾਲ ਤਾਂ ਰੌਲਾ ਪਾ ਰਹੇ ਹੋ। ਜੈਸਮੀਨ ਜੀ, ਡਰ ਲੱਗ ਰਿਹਾ ਤੁਹਾਨੂੰ? ਤੁਸੀਂ ਸਾਰਿਆਂ ਦੇ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਦੇ ਹੋ। ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੇ ਉੱਤੇ ਪਾਬੰਦੀ ਲਵਾਉਣੀ ਚਾਹੁੰਦੇ ਹੋ। ਤੁਸੀਂ ਸਿੱਖਾਂ ਨੂੰ ਉਰੇ ਤਾਂ ਮਾਰਿਆ, ਬਾਹਰ ਵੀ ਜਾਣ ਕੇ ਮਾਰਨਾ ਚਾਹੁੰਦੇ ਹੋ। ਇਹ ਫਿਰ ਕਿੱਥੇ ਜਾਈਏ ਅਸੀਂ ਹੁਣ? ਇਹ ਸਿਰਫ ਤੁਹਾਨੂੰ ਲੱਗਦਾ ਹੈ? ਇਹ ਤਾਂ ਨਹੀਂ ਕਿ ਸਿਰਫ ਤੁਹਾਨੂੰ ਲੱਗਦਾ ਇਹ ਕਿਉਂ ਮੰਗ ਉੱਠੀ? ਐਂ ਤਾਂ ਦੱਸ। ਚਲੋ ਮੈਨੂੰ ਛੋਟਾ ਦੇਖੋ, ਚਰਚਾ ਨਾ ਬਹੁਤ ਹੈਲਦੀ ਹੋਣੀ ਚਾਹੀਦੀ ਹੈ। ਜੈਸਮੀਨ ਜੀ, ਡਰ ਲੱਗਦਾ ਤੁਹਾਨੂੰ? ਕਹਿੰਦੇ ਡਰ ਲੱਗ ਰਿਹਾ, ਇਸ ਕਰਕੇ ਤੁਸੀਂ ਵਿਰੋਧ ਕਰ ਰਹੇ ਹੋ ਖਾਲਿਸਤਾਨ ਦਾ। ਡਰਦੇ ਕਿਉਂ? ਜੈਸਮੀਨ ਜੀ, ਮੇਰੀ ਆਵਾਜ਼ ਆ ਰਹੀ ਹੈ ਜੇਕਰ ਤੁਹਾਡੇ ਤੱਕ? ਜੀ, ਇਹ ਕਹਿ ਰਹੇ ਨੇ ਕਿ ਡਰਦੇ ਕਿਉਂ? ਜੇਕਰ ਕੋਈ ਗੱਲ ਨਹੀਂ ਹੈ ਪੰਜਾਬ ਦੇ ਵਿੱਚ ਤਾਂ ਫਿਰ ਡਰਦੇ ਕਿਉਂ? ਕਿ ਵਾਕਈ ਡਰ ਲੱਗਦਾ ਤੁਹਾਨੂੰ? ਨਹੀਂ, ਸਾਨੂੰ ਕਿਸੇ ਤੋਂ ਡਰ ਨਹੀਂ ਲੱਗਦਾ ਜੀ। ਅਸੀਂ ਕਿਉਂ ਡਰਾਂਗੇ? ਅਸੀਂ ਹਿੰਦੁਸਤਾਨੀ ਆ, ਅਸੀਂ ਪੰਜਾਬੀ ਆ, ਸਾਡਾ ਮੁਲਕ ਹੈ, ਅਸੀਂ ਕਿਉਂ ਡਰਾਂਗੇ ਇਹਨਾਂ ਲੋਕਾਂ ਕੋਲੋਂ? ਔਰ ਨਾ ਹੀ ਸਾਨੂੰ ਕੋਈ ਖਾਲਿਸਤਾਨ ਦੀ ਲੋੜ ਹੈ। ਇੰਡੀਆ ਇਜ਼ ਆਰ ਕੰਟਰੀ, ਇੰਡੀਆ ਇਜ਼ ਆਰ ਹੋਮ। ਠੀਕ ਹੈ, ਚਲੋ ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਇੱਕ ਵਾਰੀ ਢਿੱਲੋਂ ਸਾਹਿਬ ਦਾ ਰੁਕ ਕਰ ਲਵਾਂ। ਢਿੱਲੋਂ ਜੀ, ਹੋਪਫੁਲੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਦੇਖੋ, ਇੱਕ ਪੈਨਿਕ ਸਿਚੁਏਸ਼ਨ ਦੇ ਵਿਚਾਲੇ ਇਹ ਬਾਰ ਪਲਟਵਾਰ ਜਾਂ ਕਹੀਏ ਕਿ ਜਦੋਂ ਆਪਾਂ ਪੋਲੀਟੀਕਲੀ ਜਾਂ ਫਿਰ ਧਰਮ ਦੇ ਮੁੱਦੇ ਦੇ ਉੱਤੇ ਡਿਬੇਟ ਸ਼ੁਰੂ, ਅਰੇ ਮੈਮ ਤੁਹਾਡੇ ਤੋਂ ਇੱਕ ਰਿਐਕਸ਼ਨ ਲਵਾਂਗਾ। ਧਰਮ ਦੇ ਮੁੱਦੇ ਤੇ ਡਿਬੇਟ ਸ਼ੁਰੂ ਕਰ ਲੈਂਦੇ ਆ ਤਾਂ ਫਿਰ ਉਹ ਕਈ ਵਾਰੀ ਬਹੁਤ ਅੱਗੇ ਨਿਕਲ ਜਾਂਦੀ ਹੈ। ਪਰ ਇਹ ਪੈਨਿਕ ਸਿਚੁਏਸ਼ਨ ਦੇ ਵਿਚਾਲੇ ਤੁਹਾਨੂੰ ਲੱਗਦਾ ਹੈ ਕਿ ਕੈਨੇਡਾ ਦੇ ਵਿੱਚ ਕੋਈ ਇੱਕ ਪੈਨਿਕ ਵਾਲੀ, ਕਿਉਂਕਿ ਮੈਂ ਸਾਡੇ ਕੋਲ ਖਬਰ ਵੀ ਆਈ ਕਿ ਹਿੰਦੂ ਫੋਰਮ ਵਾਲਿਆਂ ਨੇ ਇੱਕ ਚਿੱਠੀ ਲਿਖ ਦਿੱਤੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਕਿ ਸਾਡੀ ਸਿਕਿਉਰਿਟੀ ਨੂੰ ਲੈ ਕੇ ਉਹ ਕੰਸਰਨਸ ਨੇ, ਉਹਨਾਂ ਨੂੰ ਦੂਰ ਕੀਤਾ ਜਾਵੇ, ਸਿਕਿਉਰਿਟੀ ਨੂੰ ਲੈ ਕੇ ਸਟੈਪ ਚੁੱਕੇ ਜਾਣ। ਕਿ ਬਾਕੀ ਉੱਥੇ ਇਸ ਤਰੀਕੇ ਦੀ ਕੋਈ ਸਿਚੁਏਸ਼ਨ ਹੈ ਜਾਂ ਨਹੀਂ ਹੈ? ਜੋ ਮੈਂ ਪੰਜਾਬ ਦੇ ਵਿੱਚ ਇਸ ਸਮੇਂ ਲੋਕ ਬੈਠ ਕੇ ਫੀਲ ਕਰਦੇ ਨੇ ਕਿ ਪੰਜਾਬ ਦੇ ਵਿੱਚ ਲਾਰਜਰ ਪਿਕਚਰ ਦੇ ਵਿੱਚ ਕੋਈ ਖਾਲਿਸਤਾਨ ਦਾ ਜ਼ਿਕਰ ਨਹੀਂ ਹੋ ਰਿਹਾ। ਕਿ ਇੱਥੇ ਤੁਸੀਂ ਕਿਸੇ ਵੀ ਆਜ਼ਾਦ ਮੁਲਕ ਦੀ ਸ਼ਾਂਤੀ ਨਾਲ ਗੱਲ ਕਰ ਸਕਦੇ ਹੋ, ਆਦਾ ਪ੍ਰੋਟੈਸਟ ਰੱਖ ਸਕਦੇ ਹੋ, ਚਾਹੇ ਉਹ
ਭੂਟਾਨ ਦੀ ਆਜ਼ਾਦੀ ਹੋਵੇ, ਚਾਹੇ ਉਹ ਦਲਾਈ ਲਾਮਾ ਦੀ ਹੋਵੇ, ਚਾਹੇ ਖਾਲਿਸਤਾਨ ਦੀ ਗੱਲ ਹੋਵੇ, ਚਾਹੇ ਪਾਕਿਸਤਾਨ ਦੀ, ਚਾਹੇ ਹਿੰਦੂ ਰਾਸ਼ਟਰ ਦੀ ਗੱਲ ਹੋਵੇ। ਕੈਨੇਡਾ ਦਾ ਪ੍ਰਧਾਨ ਮੰਤਰੀ ਜਾਂ ਕੈਨੇਡਾ ਦਾ ਕੋਈ ਵੀ ਪੁਲਿਸ ਆਫੀਸਰ ਉਸ ਚੀਜ਼ ਨੂੰ ਸ਼ਾਂਤੀਪੂਰਨ ਕਰਦੇ ਨੂੰ ਨਹੀਂ ਰੋਕ ਸਕਦਾਗਾ। ਪਹਿਲੀ ਗੱਲ ਤਾਂ ਮੈਂ ਇਹ ਐਡ ਕਰਨੀ ਚਾਹੁੰਦਾ। ਦੂਸਰੀ ਗੱਲ, ਇੱਥੇ ਸਾਰੇ ਭਾਈਚਾਰੇ, ਇੱਥੇ ਪਾਕਿਸਤਾਨੀ ਵੀ ਰਹਿੰਦੇ, ਇੱਥੇ ਚਾਈਨੀਜ਼ ਵੀ ਰਹਿੰਦੇ, ਇੱਥੇ ਪੰਜਾਬੀ ਰਹਿੰਦੇ, ਗੁਜਰਾਤੀ ਰਹਿੰਦੇ, ਸਾਰੀਆਂ ਕਮਿਊਨਿਟੀਆਂ ਬੜੇ ਹੀ ਪਿਆਰ ਸਤਿਕਾਰ ਨਾਲ ਇੱਕ ਦੂਜੇ ਨਾਲ ਰਲ ਮਿਲ ਕੇ ਰਹਿੰਦੀਆਂ। ਇਹ ਸਾਰੀਆਂ ਕੁਝ ਕੁ ਲੋਕ ਹੁੰਦੇ ਆ ਜਿਹੜੇ 10-20% ਹਵਾ ਫੈਲਾਉਂਦੇ ਆ। ਸੋ ਉਹਨਾਂ ਤੋਂ ਅਸੀਂ ਵੀ ਸੁਚੇਤ ਤੇ ਤੁਹਾਨੂੰ ਵੀ ਇੱਥੋਂ ਸੁਚੇਤ ਰਹਿਣ ਦੀ ਜ਼ਰੂਰਤ ਆ। ਸਾਰੇ ਭਾਈਚਾਰੇ ਬੜੇ ਇਕੱਠੇ ਜੀ, ਤੇ ਸਾਰੇ ਤਿਉਹਾਰ, ਜਨਮ ਅਸ਼ਟਮੀ, ਦੀਵਾਲੀ, ਗੁਰਪੁਰਬ ਬੜੇ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਏ ਜਾਂਦੇ। ਅੱਜ ਤੱਕ ਕੈਨੇਡਾ ਵਿੱਚ ਕਿਸੇ ਤਰੀਕੇ ਦੀ ਹੜਕੰਮ ਨਹੀਂ ਮੱਚਿਆਗਾ। ਇਹ ਸਿਰਫ ਕੁਝ ਕੁ ਲੋਕ ਹੁੰਦੇ ਜਿਹੜੇ 10-20% ਤੁਹਾਨੂੰ ਵੀ ਪਤਾ ਇੱਥੇ ਹੈਗੇ ਆ, ਉਹ ਇੱਥੇ ਵੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਕੈਨੇਡਾ ਵਿੱਚ ਪੂਰੀ ਸ਼ਾਂਤੀ, ਸਿਰਫ ਲੋਕਾਂ ਵਿੱਚ ਇਸ ਗੱਲ ਦਾ ਸਟ੍ਰੈਸ ਆ ਕਿ ਰੌਲਾ ਤਾਂ ਸਰਕਾਰਾਂ ਦਾ ਤੇ ਲੋਕਾਂ ਨੂੰ ਕੌਮ ਵਿੱਚ ਇਹਦੇ ਵਿੱਚ ਐਡ ਕੀਤਾ ਜਾ ਰਿਹਾ, ਜਿਹੜੇ ਵੀਜ਼ੇ ਰੋਕੇ ਗਏ ਆ। ਨੰਬਰ 2, ਜੇ ਕਿਸੇ ਦੀ ਗਲਤੀ ਆ ਤਾਂ ਉਸ ਨੂੰ ਲਾਅ ਤਰੀਕੇ ਨਾਲ ਸਜ਼ਾ ਦੀ ਪਨਿਸ਼ਮੈਂਟ ਦਿੱਤੀ ਜਾ ਸਕਦੀ ਆ, ਤੇ ਸਰਕਾਰਾਂ ਨੂੰ ਆਪਸ ਵਿੱਚ ਰਲ ਮਿਲ ਕੇ ਮੈਟਰ ਹੱਲ ਕਰਨਾ ਚਾਹੀਦਾ, ਕਿ ਨਾ ਕਿ ਆਮ ਲੋਕਾਂ ਨੂੰ ਇਹਦੇ ਵਿੱਚ ਇਨਵੋਲਵ ਕਰਕੇ ਪਰੇਸ਼ਾਨ ਕਰਨਾ ਚਾਹੀਦਾ ਹੈ। ਠੀਕ ਹੈ, ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਜੈਸਮੀਨ ਜੀ, ਇੱਕ ਤੁਹਾਡੀ ਫਾਈਨਲ ਸਟੇਟਮੈਂਟ, ਤੁਸੀਂ ਕੁਝ ਕਹਿਣਾ ਵੀ ਚਾਹ ਰਹੇ ਸੀ। ਮੈਂ ਕਹਿ ਰਹੀ ਸਾਂ ਜੀ ਕਿ ਇਹਨਾਂ ਨੇ ਜਲਿਆਂਵਾਲਾ ਬਾਗ ਦਾ ਜ਼ਿਕਰ ਕੀਤਾ ਸੀ ਮੇਰੇ ਅਕਾਲੀ ਦਲ ਦੇ ਭਾਈ ਸਾਹਿਬ ਨੇ, ਔਰ ਇਹਨਾਂ ਨੇ ਕਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਹੈ ਨੇ। ਇਹਨਾਂ ਨੂੰ ਮੈਂ ਇੱਕ ਹਿਸਟੋਰਿਕ ਫੈਕਟ ਦੱਸਣਾ ਚਾਹਨੀ ਹਾਂ ਕਿ ਸਰਦਾਰ ਸਾਹਿਬ ਦੇ ਨਾਨਾ ਜੀ ਨੇ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਸੀ। ਬੀਬਾ ਜੀ, ਜੇ ਤੁਹਾਡਾ ਨਾਨਾ ਕੁਝ ਕਹਦੇ ਸਿਮਰਨਜੀਤ ਮਾਨ ਦੇ ਦਾਦੇ ਨੇ ਦਿੱਤਾ ਸੀ, ਸ਼ਰਮ ਕਰੋ ਬੀਬਾ ਜੀ, ਦੀ ਮਾਂ ਨੂੰ ਗਾਲਾਂ ਕੱਢਦੇ ਹੋ। ਸਿਮਰਜੀਤ ਮਾਨ ਨੇ ਦਵਾਇਆ ਸੀ ਉਹ ਸਰੋਪਾ। ਨਹੀਂ ਚਲੋ ਥੋੜਾ ਡੈਕੋਰਮ ਆਪਾਂ ਰੱਖੀਏ ਪਲੀਜ਼। ਸ਼ਰਮ ਕਰੋ, ਤੁਸੀਂ ਸਾਰਾ ਤੁਸੀਂ ਰਿਐਕਟ ਕਰ ਲਿਓ, ਥੋੜਾ ਜਿਹਾ ਵੇਟ ਕਰੋ, ਥੋੜਾ ਜਿਹਾ। ਤੁਸੀਂ ਸਾਡੀ ਕੌਮ ਮਾਰ ਦਿੱਤੀ। ਤੁਸੀਂ ਮੈਂਬਰ ਰਾਜ ਸਭਾ ਜਾਂ ਕੋਈ ਮੈਂਬਰੀ ਲੈਣੀ ਲੈ ਲਓ। ਤੁਸੀਂ ਸਿਮਰਜੀਤ ਮਾਨ ਨੂੰ ਕਹਿੰਦੇ ਹੋ, ਉਹ ਤਾਂ ਸਿੱਖਾਂ ਦੀ ਜਾਤੀ ਦੀ ਗੱਲ ਕਰਦੇ ਹੋ। ਤੁਸੀਂ ਬਰਬਾਦੀ ਦੀ ਗੱਲ ਕਰਦੇ ਹੋ ਜੀ, ਤੁਸੀਂ ਬਰਬਾਦੀ ਦੀ ਬੀਬਾ ਜੀ ਗੱਲ ਕਰਦੇ ਹੋ, ਸਾਥੀ ਇਨਸਾਫ ਦੀ ਗੱਲ ਕਰਦੇ ਆ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਆਣਾ ਇੱਕ ਛੋਟੀ ਜਿਹੀ ਸਟੇਟਮੈਂਟ, ਇੱਕ ਸੈਕਿੰਡ ਦੀ ਗੱਲ। ਗੋਪਾਲ ਜੀ ਥੋੜਾ ਵੇਟ ਕਰਿਓ, ਗੱਲ ਕੰਪਲੀਟ ਕਰ ਲੈਣ। ਜੈਸਮੀਨ ਜੀ ਗੱਲ ਕੰਪਲੀਟ ਕਰ ਲਿਓ ਪਲੀਜ਼। ਤੁਸੀਂ ਲੇਡੀ ਜੋ ਹੋ ਕੇ ਤੁਸੀਂ ਉਹਦੇ ਤੇ ਨਹੀਂ ਪਲੀਜ਼ ਇਸ ਤਰੀਕੇ ਨਾਲ ਨਹੀਂ। ਗੋਪਾਲ ਜੀ ਮੈਂ ਤੁਹਾਨੂੰ ਸਮਾਂ ਬਹੁਤ ਦਿੱਤਾ ਹੈ, ਨਹੀਂ ਪਲੀਜ਼ ਥੋੜੀ ਮਾਨ ਦੀ ਮਾਂ ਨੇ ਕਹਾ ਸੀ। ਨਹੀਂ ਗੋਪਾਲ ਜੀ ਪਲੀਜ਼ ਥੋੜਾ ਜਿਹਾ ਵੇਟ ਕਰੋ। ਤੁਸੀਂ ਰਿਐਕਟ ਕਰਿਓ ਨਾ ਸਰ, ਥੋੜਾ ਜਿਹਾ ਵੇਟ ਕਰੋ, ਐਵੇਂ ਨਾ ਕਰੋ। ਨਹੀਂ ਇਸ ਤਰੀਕੇ ਨਾਲ ਨਹੀਂ, ਇੱਕ ਮਹਿਲਾ ਆਪਣੇ ਨਾਲ ਜੁੜੇ ਨੇ, ਉਹਨਾਂ ਨੂੰ ਆਪਣੀ ਗੱਲ ਰੱਖ ਲੈਣ ਦਿਓ। ਨਹੀਂ ਇਸ ਤਰੀਕੇ ਨਾਲ ਨਹੀਂ ਸਰ, ਡਿਬੇਟ ਐਵੇਂ ਨਹੀਂ ਹੁੰਦੀ ਸਰ, ਪਲੀਜ਼। ਨਹੀਂ ਗੋਪਾਲ ਜੀ ਪਲੀਜ਼ ਇੱਕ ਸੈਕਿੰਡ ਰੁਕੋ, ਉਹਨਾਂ ਨੂੰ ਗੱਲ ਰੱਖਣ ਦਿਓ ਨਾ ਸਰ। ਤੁਸੀਂ ਆਪਣੀ ਗੱਲ ਰੱਖ ਲਿਓ ਨਾ, ਤੁਹਾਡੀ ਗੱਲ ਪਹੁੰਚ ਰਹੀ ਹੈ ਨਾ, ਮੇਰੀ ਗੱਲ ਪਹੁੰਚ ਰਹੀ ਹੈ ਨਾ ਜੈਸਮੀਨ ਜੀ ਸੰਧਾਵਾਲੀਆ ਜੀ ਦੀ ਗੱਲ ਪਹੁੰਚ ਰਹੀ ਹੈ। ਸਿਮਰਜੀਤ ਸਿੰਘ ਮਾਨ ਦੇ ਮਾਂ ਦਾ ਜਨਮ ਨਹੀਂ ਸੀ ਹੋਇਆ। ਤੁਸੀਂ ਸਟੂਡੀਓ ਚੋਂ ਪਲੀਜ਼ ਥੋੜਾ ਜਿਹਾ ਵੇਟ ਕਰੋ ਨਾ, ਐਵੇਂ ਨਹੀਂ। ਉਹਨਾਂ ਨੂੰ ਗੱਲ ਰੱਖ ਲੈਣ ਤੋਂ ਬਹੁਤ ਘੱਟ ਸਮਾਂ, 10 ਸੈਕਿੰਡਸ। ਮੈਮ ਪਲੀਜ਼ ਆਪਣੀ ਗੱਲ ਕੰਪਲੀਟ ਕਰ ਲਓ ਤੁਸੀਂ। ਮੈਂ ਤੇ ਜੀ ਇੱਕ ਹਿਸਟੋਰਿਕ ਫੈਕਟ ਕੋਟ ਕੀਤਾ ਹੈ, ਜਿਹੜਾ ਕਿ ਹਿਸਟਰੀ 'ਚ ਚੈੱਕ ਕੀਤਾ ਜਾ ਸਕਦਾ ਹੈ। ਔਰ ਮੈਂ ਜਿਵੇਂ ਪਹਿਲੀ ਵਾਰੀ ਹੀ ਕਿਹਾ ਹੈ ਕਿ ਕੁਝ ਚੰਦ ਗਰਮ ਖਿਆਲੀ ਲੋਕ ਸਾਡੇ ਸਾਰੀ ਕੌਮ ਦੇ ਕਸਟੋਡੀਅਨ ਨਹੀਂ ਬਣ ਸਕਦੇ ਜੀ। ਬੀਬਾ ਜੀ ਤੁਸੀਂ ਵੀ ਸਾਡੇ ਲੰਬੜਦਾਰ ਨਹੀਂ ਬਣ ਸਕਦੇ, ਅਸੀਂ ਵੀ ਤੁਹਾਡੀ ਗੁਲਾਮੀ ਦੇ ਥੱਲੇ ਨਹੀਂ ਰਹਿਣਾ ਚਾਹੁੰਦੇ। ਸਿੱਖ ਤਾਂ ਗੁਰੂ ਦੀ ਗੁਲਾਮੀ ਥੱਲੇ ਨਹੀਂ ਰਹੇਗੇ, ਉਹ ਤਾਂ ਚਲੋ ਠੀਕ ਹੈ। ਗੋਪਾਲ ਜੀ ਇੱਕ ਆਖਰੀ ਸਵਾਲ ਦਾ ਜਵਾਬ ਦਿਓ। ਥੱਲੇ ਵੀ ਨਹੀਂ ਰਹਿਣਾ ਚਾਹੁੰਦੇ ਅਸੀਂ। ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਜਿਹੜਾ ਵਰਗ ਹੈ ਉਹ ਚਾਹੁੰਦਾ ਕਿ ਖਾਲਿਸਤਾਨ ਵਾਲੇ ਪਾਸੇ ਜਾਇਆ ਜਾਵੇ? ਤੁਹਾਨੂੰ ਇਹ ਲੱਗਦਾ? ਕਿਉਂਕਿ ਅਸੀਂ ਤਾਂ ਪੀਸਫੁਲ ਕਹਿੰਦੇ ਆ, ਅਸੀਂ ਕਿਹੜਾ ਮਾਰਨ ਦੀ ਗੱਲ ਕਰਦੇ ਆ, ਅਸੀਂ ਕਿਹੜਾ ਮਾਰਨ ਦੀ ਗੱਲ ਕਰਦੇ ਆ। ਅੱਜ ਤੁਹਾਨੂੰ ਪੁੱਛ ਰਿਹਾ, ਮੈਂ ਵਾਇਲੈਂਸ ਦੀ ਗੱਲ ਤਾਂ ਕੀਤੀ ਨਹੀਂ, ਮੈਂ ਤਾਂ ਸਿੱਧਾ ਸਵਾਲ ਪੁੱਛ ਰਿਹਾ ਤੁਹਾਨੂੰ। ਤੁਸੀਂ ਡਰਾਉਣੀ ਇਸੇ ਕਰਕੇ ਹੋ। ਤੁਸੀਂ ਸਵਾਲ ਹੀ ਨਹੀਂ ਸੁਣ ਰਹੇ, ਤੁਸੀਂ ਸਵਾਲ ਹੀ ਨਹੀਂ ਸੁਣ ਰਹੇ ਸਰ। ਤੁਸੀਂ ਨਾ ਘਰ ਜਾ ਕੇ YouTube ਤੇ ਬੈਕ ਕਰਕੇ ਸੁਣਿਓ ਕਿ ਗੌਰਵ ਨੇ ਕਿਹਾ ਕੀ ਸੀ। ਮੈਂ ਤੁਹਾਨੂੰ ਸਵਾਲ ਪੁੱਛ ਰਿਹਾ ਕਿ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਤੁਹਾਡੇ ਨਾਲ ਨੇ? ਤੁਹਾਨੂੰ ਇਹ ਲੱਗਦਾ 2 ਲੱਖ ਮੁੰਡਾ ਸ਼ਹੀਦ ਹੋਇਆ ਬਿਨਾਂ ਗੱਲ ਤੋਂ ਨਹੀਂ ਹੋਇਆ? ਤੁਸੀਂ ਮੌਜੂਦਾ ਸਥਿਤੀ ਦੀ ਗੱਲ ਕਰੋ ਨਾ, ਮੌਜੂਦਾ ਸਥਿਤੀ ਦੀ ਗੱਲ ਕਰੋ, ਮੌਜੂਦਾ ਸਥਿਤੀ ਦੀ ਗੱਲ ਕਰੋ ਸਰ। ਤੁਸੀਂ ਮੌਜੂਦਾ ਸਥਿਤੀ ਦੀ ਗੱਲ ਹੈ, ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਗੋਲੀ ਦੀ ਨੋਕ ਨਾਲ ਤੁਸੀਂ ਚੁੱਪ ਕਰਾਏ ਹੋਏ ਨੇ? ਤੁਸੀਂ ਬੋਲਣ ਦਿਓ, ਜਮਹੂਰੀਅਤ ਦਾ ਢੰਗ ਕੌਣ ਚੁੱਪ ਕਰਾਇਆ ਸਰ? ਤੁਹਾਨੂੰ ਐਡਾ ਵੱਡਾ ਪਲੇਟਫਾਰਮ ਦੇ ਰਹੇ ਨਿਊਜ਼ 18 ਤੇ ਤੁਸੀਂ ਐਂਡ ਖੁੱਲੇ ਸ਼ਰੇਆਮ ਬੋਲ ਰਹੇ ਹੋ। ਕਿਹਨੇ ਚੁੱਪ ਕਰਵਾ ਲਿਆ? ਕਿਹਨੇ ਚੁੱਪ ਕਰਵਾ ਲਿਆ ਸਰ? ਦੇਖੋ ਤੁਸੀਂ ਉਰੇ ਬੈਠ ਕੇ ਮੈਂ ਤੁਹਾਨੂੰ ਕਿਹਾ ਬੋਲਣਾ ਨਹੀਂ ਬੋਲਣਾ, ਤੁਸੀਂ ਤੁਹਾਡਾ ਜੋ ਦਿਲ ਆ ਰਿਹਾ ਤੁਸੀਂ ਆਪਣੀ ਗੱਲ ਰੱਖ ਰਹੇ ਹੋ। ਕਿਹਨੇ ਚੁੱਪ ਕਰਵਾ ਦਿੱਤਾ? ਸਾਨੂੰ ਤਾਂ ਸੁਪਰੀਮ ਕੋਰਟ ਨੇ ਹੱਕ ਲੈ ਕੇ ਦਿੱਤਾ, ਮੈਨੂੰ, ਮਾਨ ਸਾਹਿਬ ਨੂੰ, ਸਾਰਿਆਂ ਨੂੰ, ਜਿੰਨੀ ਪਾਰਟੀ ਪੂਰੇ ਦੇਸ਼ ਵਾਸੀਆਂ ਨੂੰ ਦਿੱਤਾ, ਹਰ ਇੱਕ ਪੰਜਾਬੀ ਨੂੰ ਦਿੱਤਾ, ਹਰ ਇੱਕ ਇੰਡੀਅਨ ਨੂੰ ਦਿੱਤਾ, ਸੁਪਰੀਮ ਕੋਰਟ ਨੇ ਦਿੱਤਾ, ਦੇਸ਼ ਦੇ ਸੰਵਿਧਾਨ ਨੇ ਦਿੱਤਾ। ਸ਼ਾਮ ਨੂੰ ਅੰਦਰ ਦੇ ਦਿੰਦੇ ਹੋ, ਦੂਜਾ ਕਰਕੇ ਦਿਖਾਵੇ। ਤੁਸੀਂ ਕਿੰਨੀਆਂ ਡਿਬੇਟਾਂ ਸ਼ਾਮਲ ਹੋ ਗਏ, ਕਿਸ ਨੇ ਅੰਦਰ ਦੇ ਦਿੱਤਾ? ਤੁਸੀਂ ਦੇਖੋ ਖੁੱਲ ਕੇ ਆਪਣੀ ਗੱਲ ਰੱਖ ਰਹੇ ਹੋ। ਪ੍ਰਕਿਰਿਆ ਦੇ ਵਿੱਚੋਂ, ਕੋਰਟ ਦੇ ਵਿੱਚੋਂ ਨਿਕਲ ਕੇ ਆਏ ਆ ਤਾਂ ਗੱਲ ਕਰਦੇ ਆ ਅਸੀਂ, ਨਹੀਂ ਇਹ ਸਾਨੂੰ ਕਿੱਥੇ ਕਰਨ ਦਿੰਦੇ ਨੇ। ਐਨਐਸਏ ਸਾਡੇ ਤੇ ਲਾਈ, ਪੋਟਾ ਸਾਡੇ ਤੇ ਲਾਇਆ, ਟਾਡਾ ਸਾਡੇ ਤੇ ਲਾਇਆ, ਯੂਏਪੀ ਸਾਡੇ ਤੇ ਲਾਇਆ ਕਿਹੜਾ ਨਹੀਂ? ਨਾ ਉਹ ਸਾਡੇ ਕੱਢ ਦਿੱਤੇ, ਬੰਦੇ ਸਾਡੇ ਮਾਰ ਦਿੱਤੇ।
ਤੁਸੀਂ ਕਹਿੰਦੇ ਐਂ ਗੱਲ ਕਰ ਲੈਂਗੇ ਹੋ। ਉਹ ਫਿਰ ਸਰ ਦੇਸ਼ ਤੋੜਨ ਦੀ ਗੱਲ ਕਰਦੇ ਹੋ, ਦੇਸ਼ ਤੋੜਨ ਦੀ ਗੱਲ ਕਰਦੇ ਹੋ, ਫਿਰ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਹੋਏਗਾ। ਨਹਿਰੂ ਤੇ ਗਾਂਧੀ ਨੇ ਕਿਉਂ ਨਹੀਂ ਹੋਏਗਾ ਐਕਸ਼ਨ। ਉਹ ਕਿਉਂ ਤੋੜਿਆ ਜੀ? ਨਹਿਰੂ ਤੇ ਗਾਂਧੀ ਨੇ ਦੇਸ਼ ਕਿਉਂ ਤੋੜਿਆ? 13 ਲੱਖ ਬੰਦੇ ਮਰਾਏ, 80 ਲੱਖ ਕੁੜੀਆਂ, 80,000 ਕੁੜੀਆਂ ਦਾ ਰੇਪ ਹੋਇਆ, ਕਰੋੜਾਂ ਲੋਕ ਬੇਕਾਰ ਹੋਏ। ਚਲੋ ਠੀਕ ਹੈ, ਮੈਨੂੰ ਲੱਗਦਾ ਕਿ ਇਹ ਚਰਚਾ ਐਸੀ ਹੈ ਜੋ ਮੈਂ ਪਹਿਲਾਂ ਵੀ ਕਿਹਾ ਸੀ ਕਿ ਸ਼ਾਇਦ ਐਂਡਲੈਸ ਹੈ, ਅੱਗੇ ਵੀ ਅੱਗੇ ਸ਼ਾਇਦ ਗੱਲਬਾਤ ਜ਼ਰੂਰ ਹੁੰਦੀ ਰਹੇ।